सत श्री अकाल प्यारे विद्यार्थियों। मैं सरबजीत सिंह साइंस मास्टर सरकारी सीनियर सैकेंडरी स्कूल सलाहपुरा ਤੁਹਾਡੇ ਲਈ ਲੈ ਕੇ ਹਾਜ਼ਰ ਹੋਇਆ ਹਾਂ। ਪਾਠ 15 ਸਾਡਾ ਵਾਤਾਵਰਨ। आओ सब तो पहला ਅਸੀਂ ਜਾਣੀਏ कि ਅਸੀਂ ਅੱਜ ਕੀ ਪੜਾਂਗੇ। नंबर 1 ਅਸੀਂ ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਕਰਾਂਗੇ। नंबर 2 ਅਸੀਂ ਅਭਿਆਸ ਦੇ ਪ੍ਰਸ਼ਨ ਉੱਤਰ ਕਰਾਂਗੇ। ਸੋ ਆਓ ਸ਼ੁਰੂ ਕਰੀਏ ਅਧਿਆਇ ਦੇ ਅੰਦਰ ਦਿੱਤੇ ਗਏ ਪ੍ਰਸ਼ਨ ਉੱਤਰਾਂ ਦੇ ਨਾਲ। ਪਹਿਲਾ ਪ੍ਰਸ਼ਨ, ਆਹਾਰੀ ਪੱਧਰ ਕੀ ਹਨ? ਭੋਜਨ ਲੜੀ ਦੀ ਇੱਕ ਉਦਾਹਰਨ ਦਿਓ ਅਤੇ ਇਸ ਵਿੱਚ ਵੱਖ-ਵੱਖ ਆਹਾਰੀ ਪੱਧਰ ਬਾਰੇ ਦੱਸੋ। ਚਲੋ ਇਸ ਦਾ ਉੱਤਰ ਜਾਣੀਏ। ਭੋਜਨ ਲੜੀ ਵਿੱਚ ਭੋਜਨ ਜਾਂ ਊਰਜਾ ਦਾ ਤਬਾਦਲਾ ਵੱਖ-ਵੱਖ ਪੱਧਰਾਂ ਤੇ ਹੁੰਦਾ ਹੈ ਅਤੇ ਇਹਨਾਂ ਪੱਧਰਾਂ ਨੂੰ ਆਹਾਰੀ ਪੱਧਰ ਦੇ ਤੌਰ ਤੇ ਜਾਣਿਆ ਜਾਂਦਾ ਹੈ। ਉਦਾਹਰਨ, ਘਾਹ, ਬੱਕਰੀ, ਆਦਮੀ। ਇੱਥੇ ਇਹ ਇੱਕ ਭੋਜਨ ਲੜੀ ਦਰਸਾਈ ਗਈ ਹੈ। ਇਸ ਭੋਜਨ ਲੜੀ ਵਿੱਚ ਘਾਹ ਪਹਿਲੇ ਆਹਾਰੀ ਪੱਧਰ ਨੂੰ ਦਰਸਾਉਂਦਾ ਹੈ, ਭਾਵ ਉਤਪਾਦਕਾਂ ਨੂੰ ਦਰਸਾਉਂਦਾ ਹੈ। ਬੱਕਰੀ ਦੂਸਰੇ ਆਹਾਰੀ ਪੱਧਰ ਨੂੰ ਦਰਸਾਉਂਦੀ ਹੈ, ਭਾਵ ਸ਼ਾਕਾਹਾਰੀ ਜੀਵਾਂ ਨੂੰ ਦਰਸਾਉਂਦੀ ਹੈ। ਮਨੁੱਖ ਤੀਜੇ ਆਹਾਰੀ ਪੱਧਰ ਨੂੰ ਦਰਸਾਉਂਦਾ ਹੈ, ਜੋ ਕਿ ਸਰਵ ਆਹਾਰੀ ਜੀਵ ਹੈ ਅਤੇ ਇਹ ਬੱਕਰੀ ਤੋਂ ਦੁੱਧ ਅਤੇ ਮਾਸ ਦੇ ਰੂਪ ਵਿੱਚ ਭੋਜਨ ਪ੍ਰਾਪਤ ਕਰਦਾ ਹੈ। ਬੱਚਿਓ, ਤੁਸੀਂ ਇਸ ਤਸਵੀਰ ਵਿੱਚ ਦਿੱਤੀਆਂ ਗਈਆਂ ਭੋਜਨ ਲੜੀਆਂ ਅਤੇ ਇਹਨਾਂ ਦੇ ਆਹਾਰੀ ਪੱਧਰਾਂ ਦੀਆਂ ਵੀ ਉਦਾਹਰਨਾਂ ਦੇ ਸਕਦੇ ਹੋ। ਪਹਿਲੀ ਤਸਵੀਰ ਵਿੱਚ ਇੱਕ ਜੰਗਲ ਦੀ ਭੋਜਨ ਲੜੀ ਦਰਸਾਈ ਗਈ ਹੈ, ਜਿਸ ਵਿੱਚ ਰੁੱਖ, ਹਿਰਨ ਅਤੇ ਸ਼ੇਰ ਦਰਸਾਇਆ ਗਿਆ ਹੈ। ਇਸੇ ਤਰ੍ਹਾਂ ਹੀ ਦੂਸਰੀ ਭੋਜਨ ਲੜੀ ਇੱਕ ਘਾਹ ਦੇ ਮੈਦਾਨ ਦੀ ਹੈ ਅਤੇ ਤੀਸਰੀ ਭੋਜਨ ਲੜੀ ਇੱਕ ਤਲਾਬ ਦੀ ਹੈ। ਪ੍ਰਸ਼ਨ ਨੰਬਰ 2, ਪਰਿਸਥਿਤਕ ਪ੍ਰਬੰਧ ਵਿੱਚ ਨਿਖੇੜਕਾਂ ਦੀ ਭੂਮਿਕਾ ਕੀ ਹੈ? ਆਓ ਇਸ ਦਾ ਉੱਤਰ ਜਾਣੀਏ। ਵਾਤਾਵਰਨ ਜਾਂ ਪਰਿਸਥਿਤਕ ਪ੍ਰਬੰਧ ਵਿੱਚ ਨਿਖੇੜਕਾਂ ਦੀ ਭੂਮਿਕਾ। ਨੰਬਰ 1, ਇਹ ਮਰੇ ਹੋਏ ਪੌਦਿਆਂ ਅਤੇ ਜਾਨਵਰਾਂ ਦਾ ਨਿਖੇੜਨ ਕਰਕੇ ਵਾਤਾਵਰਨ ਨੂੰ ਸ਼ੁੱਧ ਕਰਨ ਵਾਲੇ ਏਜੰਟ ਵਜੋਂ ਕੰਮ ਕਰਦੇ ਹਨ। ਭਾਵ ਜਦੋਂ ਕੋਈ ਜੀਵ ਜਾਂ ਪੌਦੇ ਮਰ ਜਾਂਦੇ ਹਨ ਤਾਂ ਉਹਨਾਂ ਦੇ ਮ੍ਰਿਤਕ ਸਰੀਰਾਂ ਨੂੰ ਇਹ ਸੂਖਮ ਜੀਵ ਸਰਲ ਤੱਤਾਂ ਵਿੱਚ ਤੋੜਦੇ ਹਨ, ਜੋ ਵਾਤਾਵਰਨ ਵਿੱਚ ਮਿਲ ਜਾਂਦੇ ਹਨ। ਨੰਬਰ 2, ਇਹ ਪੌਸ਼ਟਿਕ ਤੱਤਾਂ ਦੀ ਮੁੜ ਵਰਤੋਂ ਵਿੱਚ ਮਦਦ ਕਰਦੇ ਹਨ। ਇਹ ਗੁੰਝਲਦਾਰ ਕਾਰਬਨਿਕ ਪਦਾਰਥਾਂ ਨੂੰ ਸਰਲ ਪਦਾਰਥਾਂ ਵਿੱਚ ਬਦਲਦੇ ਹਨ। ਤੀਸਰਾ ਕੰਮ, ਇਹ ਜੀਵ ਮੰਡਲ ਵਿੱਚ ਮਰੇ ਹੋਏ ਜੀਵਾਂ ਦਾ ਨਿਖੇੜਨ ਕਰਕੇ ਨਵੇਂ ਜੀਵਾਂ ਲਈ ਜਗ੍ਹਾ ਪ੍ਰਦਾਨ ਕਰਦੇ ਹਨ। ਇਸ ਤੋਂ ਕੀ ਭਾਵ ਹੈ ਬੱਚਿਓ? ਜੇਕਰ ਇਹ ਨਿਖੇੜਕ ਨਾ ਹੋਣ ਤਾਂ ਸਾਡੀ ਧਰਤੀ ਤੇ ਮਰੇ ਹੋਏ ਜੀਵਾਂ ਦੇ ਮ੍ਰਿਤਕ ਸਰੀਰਾਂ ਦੇ ਢੇਰ ਲੱਗ ਜਾਂਦੇ ਅਤੇ ਸਾਡੇ ਰਹਿਣ ਲਈ ਜਗ੍ਹਾ ਨਾ ਰਹਿੰਦੀ। ਇਸ ਲਈ ਇਹ ਜੀਵ ਨਵੇਂ ਜੀਵਾਂ ਲਈ ਰਹਿਣ ਲਈ ਜਗ੍ਹਾ ਪ੍ਰਦਾਨ ਕਰਦੇ ਹਨ। ਨੰਬਰ 4, ਇਹ ਫਸਲੀ ਪੌਦਿਆਂ ਦੀ ਵਰਤੋਂ ਲਈ ਪਾਣੀ, ਮਿੱਟੀ ਅਤੇ ਹਵਾ ਵਿੱਚ ਵੱਖ-ਵੱਖ ਤੱਤਾਂ ਨੂੰ ਵਾਪਸ ਮਿਲਾਉਣ ਵਿੱਚ ਸਹਾਇਤਾ ਕਰਦੇ ਹਨ। ਸੋ ਪਿਆਰੇ ਬੱਚਿਓ, ਇਸ ਪ੍ਰਸ਼ਨ ਦਾ ਉੱਤਰ ਦੇਣ ਸਮੇਂ ਤੁਸੀਂ ਇਹ 4 ਪੁਆਇੰਟਸ ਬਹੁਤ ਧਿਆਨ ਵਿੱਚ ਰੱਖਣੇ ਹਨ। ਚਲੋ ਹੁਣ ਆਪਾਂ ਅਗਲੇ ਪ੍ਰਸ਼ਨ ਤੇ ਚੱਲੀਏ। ਓਜ਼ੋਨ ਕੀ ਹੁੰਦਾ ਜਾਂ ਹੁੰਦੀ ਹੈ ਅਤੇ ਇਹ ਪਰਿਸਥਿਤਕ ਪ੍ਰਬੰਧ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ? ਆਓ ਆਪਾਂ ਇਸ ਦਾ ਉੱਤਰ ਜਾਣੀਏ। ਓਜ਼ੋਨ ਇੱਕ ਅਣੂ ਹੈ ਜੋ ਆਕਸੀਜਨ ਦੇ 3 ਪਰਮਾਣੂਆਂ ਦੁਆਰਾ ਬਣਾਇਆ ਜਾਂਦਾ ਹੈ ਅਤੇ ਆਕਸੀਜਨ ਦੇ ਇੱਕ ਆਈਸੋਟੋਪ ਵਜੋਂ ਜਾਣਿਆ ਜਾਂਦਾ ਹੈ। ਜਿਵੇਂ ਕਿ ਤੁਸੀਂ ਪਹਿਲੇ ਚਿੱਤਰ ਵਿੱਚ ਵੇਖ ਰਹੇ ਹੋ, ਓਜ਼ੋਨ ਪਰਤ ਵਾਯੂਮੰਡਲ ਦੇ ਉੱਪਰੀ ਪੱਧਰ
ਸਟ੍ਰੈਟੋਸਫੀਅਰ ਵਿੱਚ ਲਗਭਗ 16 ਕਿਲੋਮੀਟਰ ਉੱਪਰ ਇੱਕ ਹਵਾ ਦਾ ਗਿਲਾਫ ਹੈ। ਓਜ਼ੋਨ ਪਰਤ ਦਾ ਮੁੱਖ ਕੰਮ ਧਰਤੀ ਦੀ ਸਤਹ ਨੂੰ ਸੂਰਜ ਦੀ ਨੁਕਸਾਨਦੇਹ ਪਾਰਵੈਂਗਨੀ ਕਿਰਨਾਂ ਤੋਂ ਸੁਰੱਖਿਆ ਪ੍ਰਦਾਨ ਕਰਨਾ ਹੈ। ਇਹ ਕਿਰਨਾਂ ਜੀਵਾਂ ਲਈ ਨੁਕਸਾਨਦੇਹ ਹਨ ਅਤੇ ਨਤੀਜੇ ਵਜੋਂ ਚਮੜੀ ਦਾ ਕੈਂਸਰ ਹੋ ਸਕਦਾ ਹੈ। ਇਹਨਾਂ ਕਿਰਨਾਂ ਨੂੰ ਅਲਟਰਾਵਾਇਲਟ ਕਿਰਨਾਂ ਵੀ ਕਿਹਾ ਜਾਂਦਾ ਹੈ। ਇਹ ਅੱਖਾਂ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ। ਇਹ ਮਨੁੱਖ, ਪੌਦਿਆਂ ਅਤੇ ਜਾਨਵਰਾਂ ਨੂੰ ਪ੍ਰਭਾਵਿਤ ਕਰਦੀਆਂ ਹਨ। ਸੋ ਓਜ਼ੋਨ ਲੇਅਰ ਸਾਨੂੰ ਸੂਰਜ ਤੋਂ ਆਉਣ ਵਾਲੀਆਂ ਅਲਟਰਾਵਾਇਲਟ ਰੇਜ਼ ਤੋਂ ਬਚਾਉਂਦੀ ਹੈ ਅਤੇ ਧਰਤੀ ਤੇ ਜੀਵਨ ਨੂੰ ਸੰਭਵ ਬਣਾਉਂਦੀ ਹੈ। ਅਗਲਾ ਪ੍ਰਸ਼ਨ, ਕੂੜੇ ਦੇ ਨਿਪਟਾਰੇ ਦੀ ਸਮੱਸਿਆ ਨੂੰ ਘਟਾਉਣ ਵਿੱਚ ਤੁਸੀਂ ਕਿਵੇਂ ਮਦਦ ਕਰ ਸਕਦੇ ਹੋ? ਕੋਈ 2 ਤਰੀਕਿਆਂ ਦਾ ਵਰਣਨ ਕਰੋ। ਚਲੋ ਜੀ, ਉੱਤਰ ਕਰੀਏ ਇਸ ਦਾ। ਨੰਬਰ 1, 3R ਦਾ ਸਿਧਾਂਤ। 3R ਦੀ ਪਾਲਣਾ ਕਰਕੇ ਕੋਈ ਵੀ ਕੂੜੇ ਦੇ ਨਿਪਟਾਰੇ ਦੀ ਸਮੱਸਿਆ ਨੂੰ ਘਟਾ ਸਕਦਾ ਹੈ। 3R ਤੋਂ ਭਾਵ ਹੈ ਰੀਸਾਈਕਲ, ਦੁਬਾਰਾ ਉਪਯੋਗ ਕਰਨਾ ਅਤੇ ਘੱਟ ਵਰਤੋਂ ਕਰਨਾ। ਨੰਬਰ 2, ਆਪਣੇ ਵਾਹਨਾਂ ਦੀ ਵਰਤੋਂ ਨੂੰ ਘਟਾਉਣਾ ਅਤੇ ਜਨਤਕ ਆਵਾਜਾਈ ਦੀ ਚੋਣ ਕਰਨਾ ਹਵਾ ਪ੍ਰਦੂਸ਼ਣ ਨੂੰ ਘਟਾ ਸਕਦਾ ਹੈ। ਨੰਬਰ 3, ਪਲਾਸਟਿਕਾਂ ਦੀ ਰੀਸਾਈਕਲਿੰਗ ਅਤੇ ਦੁਬਾਰਾ ਵਰਤੋਂ ਵੀ ਕੂੜੇ ਦੇ ਨਿਪਟਾਰੇ ਨੂੰ ਘਟਾਉਣ ਦਾ ਇੱਕ ਢੰਗ ਹੈ। ਨੰਬਰ 4, ਖਾਦ ਦੀ ਤਿਆਰੀ। ਜੈਵ ਵਿਘਟਨਸ਼ੀਲ ਰਹਿੰਦ ਖੂੰਹਦ ਨੂੰ ਮਿੱਟੀ ਵਿੱਚ ਦਬਾ ਕੇ ਖਾਦ ਵਿੱਚ ਬਦਲਿਆ ਜਾ ਸਕਦਾ ਹੈ। ਸੋ ਇਹਨਾਂ ਤਰੀਕਿਆਂ ਨਾਲ ਅਸੀਂ ਕੂੜੇ ਕਰਕਟ ਦਾ ਨਿਪਟਾਰਾ ਕਰ ਸਕਦੇ ਹਾਂ ਅਤੇ ਵਾਤਾਵਰਨ ਨੂੰ ਸ਼ੁੱਧ ਕਰ ਸਕਦੇ ਹਾਂ। ਅਗਲਾ ਪ੍ਰਸ਼ਨ, ਕੁਝ ਪਦਾਰਥ ਜੈਵ ਵਿਘਟਨਸ਼ੀਲ ਅਤੇ ਕੁਝ ਜੈਵ ਅਵਿਘਟਨਸ਼ੀਲ ਕਿਉਂ ਹੁੰਦੇ ਹਨ? ਚਲੋ ਜੀ, ਇਸ ਦਾ ਉੱਤਰ ਕਰੀਏ। ਕੁਝ ਪਦਾਰਥ ਬਾਇਓਡੀਗ੍ਰੇਡੇਬਲ ਅਤੇ ਕੁਝ ਗੈਰ ਬਾਇਓਡੀਗ੍ਰੇਡੇਬਲ ਹੋਣ ਦਾ ਕਾਰਨ ਇਹ ਹੈ ਕਿ ਬੈਕਟੀਰੀਆ ਅਤੇ ਸੈਪਰੋਫਾਈਟ ਵਰਗੇ ਸੂਖਮ ਜੀਵਾਂ ਦੀ ਇੱਕ ਖਾਸ ਭੂਮਿਕਾ ਹੈ। ਉਹ ਸਿਰਫ ਕੁਦਰਤੀ ਉਤਪਾਦ ਜਿਵੇਂ ਕਾਗਜ਼, ਲੱਕੜ ਆਦਿ ਨੂੰ ਤੋੜ ਸਕਦੇ ਹਨ, ਪਰ ਉਹ ਮਨੁੱਖ ਦੁਆਰਾ ਬਣਾਏ ਗਏ ਉਤਪਾਦ ਜਿਵੇਂ ਪਲਾਸਟਿਕ ਨੂੰ ਤੋੜ ਨਹੀਂ ਸਕਦੇ। ਇਸ ਦੇ ਆਧਾਰ ਤੇ ਕੁਝ ਪਦਾਰਥਾਂ ਨੂੰ ਬਾਇਓਡੀਗ੍ਰੇਡੇਬਲ ਅਤੇ ਕੁਝ ਨੂੰ ਗੈਰ ਬਾਇਓਡੀਗ੍ਰੇਡੇਬਲ ਕਹਿੰਦੇ ਹਨ, ਜਾਂ ਇਹਨਾਂ 2 ਕਿਸਮਾਂ ਵਿੱਚ ਵੰਡਿਆ ਜਾਂਦਾ ਹੈ। ਪਿਆਰੇ ਬੱਚਿਓ, ਜੈਵ ਵਿਘਟਨਸ਼ੀਲ ਪਦਾਰਥਾਂ ਨੂੰ ਬਾਇਓਡੀਗ੍ਰੇਡੇਬਲ ਅਤੇ ਜੈਵ ਅਵਿਘਟਨਸ਼ੀਲ ਪਦਾਰਥਾਂ ਨੂੰ ਨਾਨ ਬਾਇਓਡੀਗ੍ਰੇਡੇਬਲ ਵੀ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਕੋਈ ਵੀ 2 ਢੰਗ ਦੱਸੋ ਜਿਸ ਨਾਲ ਜੈਵ ਵਿਘਟਨਸ਼ੀਲ ਪਦਾਰਥ ਵਾਤਾਵਰਨ ਨੂੰ ਪ੍ਰਭਾਵਿਤ ਕਰਦੇ ਹਨ। ਸੋ ਇਸ ਦਾ ਉੱਤਰ ਹੈ, ਹੇਠਾਂ ਲਿਖੇ ਢੰਗ ਹਨ ਜਿਨ੍ਹਾਂ ਨਾਲ ਜੈਵ ਵਿਘਟਨਸ਼ੀਲ ਪਦਾਰਥ ਵਾਤਾਵਰਨ ਨੂੰ ਪ੍ਰਭਾਵਿਤ ਕਰਨਗੇ। ਨੰਬਰ 1, ਉਹ ਵਾਤਾਵਰਨ ਨੂੰ ਸਾਫ਼ ਰੱਖਦੇ ਹਨ ਕਿਉਂਕਿ ਉਹ ਆਸਾਨੀ ਨਾਲ ਗਲ ਸੜ ਸਕਦੇ ਹਨ। ਨੰਬਰ 2, ਉਹ ਸੌਖਿਆਂ ਹੀ ਸੂਖਮ ਜੀਵਾਂ ਦੀ ਸਹਾਇਤਾ ਨਾਲ ਭੂ ਰਸਾਇਣ ਚੱਕਰ ਵਿੱਚ ਆਸਾਨੀ ਨਾਲ ਲੰਘ ਸਕਦੇ ਹਨ, ਭਾਵ ਉਹ ਗੁੰਝਲਦਾਰ ਤੱਤਾਂ ਤੋਂ ਸਰਲ ਤੱਤਾਂ ਵਿੱਚ ਆਸਾਨੀ ਨਾਲ ਟੁੱਟ ਜਾਂਦੇ ਹਨ। ਪਰੰਤੂ ਜਦੋਂ ਇਹਨਾਂ ਪਦਾਰਥਾਂ ਦਾ ਵਿਘਟਨ ਹੁੰਦਾ ਹੈ ਤਾਂ ਇਹਨਾਂ ਵਿੱਚੋਂ ਬਹੁਤ ਹੀ ਬੁਰੀ ਗੰਧ ਆਉਂਦੀ ਹੈ ਅਤੇ ਇਹਨਾਂ ਵਿੱਚ ਕੁਝ ਸੂਖਮ ਜੀਵ ਵੀ ਪੈਦਾ ਹੋ ਜਾਂਦੇ ਹਨ ਜੋ ਬਿਮਾਰੀ ਦਾ ਕਾਰਨ ਬਣ ਸਕਦੇ ਹਨ। ਅਗਲਾ ਪ੍ਰਸ਼ਨ, 2 ਕਾਰਨ ਦੱਸੋ ਕਿ ਕਿਵੇਂ ਜੈਵ ਅਵਿਘਟਨਸ਼ੀਲ ਪਦਾਰਥ ਵਾਤਾਵਰਨ ਨੂੰ ਪ੍ਰਭਾਵਿਤ ਕਰਦੇ ਹਨ। ਹੇਠਾਂ ਦਿੱਤੇ ਕਾਰਨ ਹਨ ਜਿਨ੍ਹਾਂ ਕਰਕੇ ਜੈਵ ਅਵਿਘਟਨਸ਼ੀਲ ਪਦਾਰਥ ਵਾਤਾਵਰਨ ਨੂੰ ਪ੍ਰਭਾਵਿਤ ਕਰਨਗੇ। ਨੰਬਰ 1,
ਇਹ ਹਵਾ, ਮਿੱਟੀ ਅਤੇ ਪਾਣੀ ਪ੍ਰਦੂਸ਼ਣ ਦਾ ਕਾਰਨ ਬਣਦੇ ਹਨ। ਇਹਨਾਂ ਦਾ ਅਪਘਟਨ ਨਹੀਂ ਹੋ ਪਾਉਂਦਾ। ਨੰਬਰ 2, ਇਹ ਭੋਜਨ ਲੜੀ ਵਿੱਚ ਜੈਵਿਕ ਵਧਾਓ ਦਾ ਕਾਰਨ ਬਣਦੇ ਹਨ, ਜਿਸ ਦੇ ਨਤੀਜੇ ਵਜੋਂ ਮਨੁੱਖ ਨੂੰ ਕਈ ਤਰ੍ਹਾਂ ਦੀ ਹਾਨੀ ਹੁੰਦੀ ਹੈ ਅਤੇ ਬਿਮਾਰੀਆਂ ਹੁੰਦੀਆਂ ਹਨ। ਪਿਆਰੇ ਬੱਚਿਓ, ਜੈਵਿਕ ਵਧਾਓ ਬਾਰੇ ਅਸੀਂ ਅੱਗੇ ਜਾ ਕੇ ਪੜਾਂਗੇ। ਸੋ ਆਓ ਆਪਾਂ ਹੁਣ ਅਭਿਆਸ ਦੇ ਪ੍ਰਸ਼ਨ ਉੱਤਰ ਕਰੀਏ। ਪ੍ਰਸ਼ਨ ਨੰਬਰ 1, ਹੇਠ ਲਿਖਿਆਂ ਵਿੱਚੋਂ ਕਿਹੜੇ ਸਮੂਹ ਵਿੱਚ ਸਿਰਫ ਜੈਵ ਵਿਘਟਨਸ਼ੀਲ ਪਦਾਰਥ ਹਨ? A, ਘਾਹ, ਫੁੱਲ ਅਤੇ ਚਮੜਾ। B, ਘਾਹ, ਲੱਕੜ ਅਤੇ ਪਲਾਸਟਿਕ। C, ਫਲਾਂ ਦੇ ਛਿਲਕੇ, ਕੇਕ ਅਤੇ ਨਿੰਬੂ ਦਾ ਰਸ। D, ਕੇਕ, ਲੱਕੜ ਅਤੇ ਘਾਹ। ਚਲੋ ਇਸ ਦਾ ਉੱਤਰ ਜਾਣੀਏ। ਸੋ ਪਿਆਰੇ ਬੱਚਿਓ, ਪਾਰਟ A, ਪਾਰਟ C ਅਤੇ D ਤਿੰਨੇ ਹੀ ਜੈਵ ਵਿਘਟਨਸ਼ੀਲ ਪਦਾਰਥ ਹਨ। ਪਾਰਟ A ਵਿੱਚ ਘਾਹ, ਫੁੱਲ ਅਤੇ ਚਮੜਾ। C ਵਿੱਚ ਫਲਾਂ ਦੇ ਛਿਲਕੇ, ਕੇਕ ਅਤੇ ਨਿੰਬੂ ਦਾ ਰਸ। D ਵਿੱਚ ਕੇਕ, ਲੱਕੜ ਅਤੇ ਘਾਹ। ਸਿਰਫ ਪਾਰਟ B ਵਿੱਚ ਇੱਕ ਪਦਾਰਥ ਪਲਾਸਟਿਕ ਹੈ ਜੋ ਮਨੁੱਖ ਦੁਆਰਾ ਨਿਰਮਿਤ ਹੈ ਅਤੇ ਜੈਵ ਅਵਿਘਟਨਸ਼ੀਲ ਹੈ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜੇ ਇੱਕ ਭੋਜਨ ਲੜੀ ਦਾ ਨਿਰਮਾਣ ਕਰਦੇ ਹਨ? ਸੋ ਬੱਚਿਓ, ਤੁਸੀਂ ਧਿਆਨ ਨਾਲ ਵੇਖਣਾ ਹੈ। A, ਘਾਹ, ਕਣਕ ਅਤੇ ਅੰਬ। B, ਘਾਹ, ਬੱਕਰੀ ਅਤੇ ਮਨੁੱਖ। C, ਬੱਕਰੀ, ਗਾਂ ਅਤੇ ਹਾਥੀ। D, ਘਾਹ, ਮੱਛੀ ਅਤੇ ਬੱਕਰੀ। ਸੋ ਮੈਨੂੰ ਲੱਗਦਾ ਹੈ ਤੁਸੀਂ ਉੱਤਰ ਜਾਣ ਗਏ ਹੋਵੋਗੇ, ਕਿਉਂਕਿ ਅਸੀਂ ਪਿਛਲੇ ਪ੍ਰਸ਼ਨਾਂ ਵਿੱਚ ਇੱਕ ਭੋਜਨ ਲੜੀ ਦੀ ਉਦਾਹਰਨ ਕਰਕੇ ਆਏ ਹਾਂ। ਸੋ ਦੇਖੀਏ ਉੱਤਰ ਕੀ ਹੈ। ਇਸ ਦਾ ਉੱਤਰ ਹੈ B, ਘਾਹ, ਬੱਕਰੀ ਅਤੇ ਮਨੁੱਖ। ਇੱਥੇ ਘਾਹ ਉਤਪਾਦਕ ਹੈ, ਬੱਕਰੀ ਪ੍ਰਾਇਮਰੀ ਖਪਤਕਾਰ ਹੈ ਅਤੇ ਮਨੁੱਖ ਇੱਕ ਸੈਕੰਡਰੀ ਖਪਤਕਾਰ ਹੈ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਵਾਤਾਵਰਣ ਪੱਖੀ ਵਿਵਹਾਰ ਦਰਸਾਉਂਦਾ ਹੈ? A, ਖਰੀਦਦਾਰੀ ਕਰਨ ਵੇਲੇ ਖਰੀਦਦਾਰੀ ਕਰਨ ਲਈ ਕੱਪੜੇ ਦਾ ਬੈਗ ਲੈ ਕੇ ਜਾਣਾ। B, ਕਾਰਜ ਸਮਾਪਤ ਹੋਣ ਤੇ ਲਾਈਟ ਅਤੇ ਪੱਖੇ ਦਾ ਸਵਿੱਚ ਬੰਦ ਕਰਨਾ। C, ਮਾਂ ਦੁਆਰਾ ਤੁਹਾਨੂੰ ਸਕੂਟਰ ਤੇ ਛੱਡਣ ਦੀ ਬਜਾਏ ਤੁਹਾਡਾ ਸਕੂਲ ਪੈਦਲ ਜਾਣਾ। D, ਉਪਰੋਕਤ ਸਾਰੇ। ਤਾਂ ਇਸ ਦਾ ਸਹੀ ਉੱਤਰ ਹੈ ਉਪਰੋਕਤ ਸਾਰੇ। ਇਹ ਸਾਰੀਆਂ ਹੀ ਕਿਰਿਆਵਾਂ ਜਿਹੜੀਆਂ ਹਨ ਵਾਤਾਵਰਣ ਪੱਖੀ ਹਨ। ਅਗਲਾ ਪ੍ਰਸ਼ਨ, ਕੀ ਹੋਵੇਗਾ ਜੇ ਅਸੀਂ ਇੱਕ ਟ੍ਰੈਫਿਕ ਜਾਂ ਆਹਾਰੀ ਪੱਧਰ ਤੇ ਸਾਰੇ ਜੀਵਾਂ ਨੂੰ ਮਾਰ ਦੇਈਏ? ਚਲੋ ਇਸ ਦਾ ਉੱਤਰ ਜਾਣੀਏ। ਪਿਆਰੇ ਬੱਚਿਓ, ਜੇ ਅਸੀਂ ਸਾਰੇ ਜੀਵ ਜੰਤੂਆਂ ਨੂੰ ਇੱਕ ਆਹਾਰੀ ਪੱਧਰ ਤੇ ਮਾਰ ਦਿੰਦੇ ਹਾਂ ਤਾਂ ਅਗਲੇ ਪੱਧਰ ਨੂੰ ਭੋਜਨ ਦੀ ਸਪਲਾਈ ਠੱਪ ਹੋ ਜਾਵੇਗੀ, ਜਿਸ ਨਾਲ ਪਰਿਸਥਿਤਿਕ ਪ੍ਰਬੰਧ ਵਿੱਚ ਅਸੰਤੁਲਨ ਪੈਦਾ ਹੋ ਜਾਵੇਗਾ। ਨਤੀਜੇ ਵਜੋਂ ਉੱਚ ਪੱਧਰਾਂ ਵਿੱਚ ਜਾਨਵਰ ਮਰ ਜਾਣਗੇ ਅਤੇ ਹੇਠਲੇ ਪੱਧਰ ਤੇ ਜੀਵ ਬਹੁਤ ਜ਼ਿਆਦਾ ਤੇਜ਼ੀ ਨਾਲ ਵਧਣਗੇ। ਇਹ ਸਭ ਪਰਿਸਥਿਤਿਕ ਪ੍ਰਬੰਧ ਵਿਚਲੇ ਸਮੁੱਚੇ ਸੰਤੁਲਨ ਨੂੰ ਪ੍ਰਭਾਵਿਤ ਕਰਨਗੇ। ਚਲੋ ਜੀ, ਹੁਣ ਆਪਾਂ ਵੱਖਰੇ ਵੱਖਰੇ ਆਹਾਰੀ ਪੱਧਰਾਂ ਦੀਆਂ ਉਦਾਹਰਨਾਂ ਨਾਲ ਹੋਰ ਚੰਗੀ ਤਰ੍ਹਾਂ ਸਮਝੀਏ। ਨੰਬਰ 1, ਉਤਪਾਦਕਾਂ ਨੂੰ ਹਟਾਉਣ ਨਾਲ ਪਰਿਸਥਿਤਿਕ ਪ੍ਰਬੰਧ ਪੂਰੀ ਤਰ੍ਹਾਂ ਨਸ਼ਟ ਹੋ ਜਾਵੇਗਾ। ਜੇਕਰ ਅਸੀਂ ਸਾਰੇ ਉਤਪਾਦਕਾਂ ਭਾਵ ਪੌਦਿਆਂ ਅਤੇ ਹਰੀ ਇਕਾਈ ਨੂੰ ਹਟਾ ਦੇਈਏ ਤਾਂ ਬਾਕੀ ਸਾਰੇ ਜੀਵਾਂ ਨੂੰ ਭੋਜਨ ਮਿਲਣਾ ਬੰਦ ਹੋ ਜਾਵੇਗਾ। ਨੰਬਰ 2, ਜੇਕਰ ਅਸੀਂ ਸ਼ਾਕਾਹਾਰੀਆਂ ਨੂੰ ਹਟਾ ਦੇਵਾਂਗੇ
ਤਾਂ ਉਤਪਾਦਕਾਂ ਦੇ ਵਾਧੇ ਤੇ ਰੋਕ ਟੋਕ ਖਤਮ ਹੋ ਜਾਵੇਗੀ, ਉਤਪਾਦਕਾਂ ਦਾ ਬਹੁਤ ਜ਼ਿਆਦਾ ਵਾਧਾ ਹੋਵੇਗਾ ਅਤੇ ਮਾਸਾਹਾਰੀ ਜੀਵ ਭੁੱਖਮਰੀ ਨਾਲ ਮਰ ਜਾਣਗੇ। ਨੰਬਰ 3, ਜੇਕਰ ਅਸੀਂ ਮਾਸਾਹਾਰੀਆਂ ਨੂੰ ਹਟਾ ਦੇਈਏ ਤਾਂ ਸ਼ਾਕਾਹਾਰੀਆਂ ਦੀ ਗਿਣਤੀ ਵਧਣ ਲੱਗੇਗੀ ਅਤੇ ਉਹ ਸਾਰੀ ਬਨਸਪਤੀ ਨੂੰ ਨਸ਼ਟ ਕਰ ਦੇਣਗੇ। ਨੰਬਰ 4, ਜੇਕਰ ਅਸੀਂ ਅਪਘਟਕਾਂ ਜਾਂ ਨਖੇੜਕਾਂ ਨੂੰ ਪਾਰਿਸਥਿਤਿਕ ਪ੍ਰਬੰਧ ਵਿੱਚੋਂ ਹਟਾ ਦੇਈਏ ਤਾਂ ਮਰੇ ਹੋਏ ਜੀਵ ਜੰਤੂਆਂ ਦੇ ਢੇਰ ਲੱਗ ਜਾਣਗੇ, ਮਿੱਟੀ ਵਿੱਚ ਪੌਸ਼ਕ ਤੱਤਾਂ ਦੀ ਕਮੀ ਹੋ ਜਾਵੇਗੀ। ਸੋ ਪਿਆਰੇ ਬੱਚਿਓ, ਕਿਸੇ ਵੀ ਆਹਾਰੀ ਪੱਧਰ ਤੋਂ ਜੇਕਰ ਅਸੀਂ ਕਿਸੇ ਜੀਵ ਨੂੰ ਹਟਾ ਦੇਵਾਂਗੇ ਤਾਂ ਉਸ ਨਾਲ ਪਾਰਿਸਥਿਤਿਕ ਪ੍ਰਬੰਧ ਜਾਂ ਵਾਤਾਵਰਣ ਵਿੱਚ ਅਸੰਤੁਲਨ ਪੈਦਾ ਹੋ ਜਾਵੇਗਾ ਅਤੇ ਇਸ ਦਾ ਅਸਰ ਬਾਕੀ ਸਾਰੇ ਜੀਵ ਜੰਤੂਆਂ ਤੇ ਸਿੱਧੇ ਤੌਰ ਤੇ ਪਏਗਾ। ਸੋ ਬੱਚਿਓ, ਇਸ ਚਿੱਤਰ ਵਿੱਚ ਤੁਹਾਨੂੰ ਵੱਖ-ਵੱਖ ਆਹਾਰੀ ਪੱਧਰ ਦਰਸਾਏ ਗਏ ਹਨ। ਸਭ ਤੋਂ ਥੱਲੇ ਉਤਪਾਦਕ, ਉਸ ਤੋਂ ਉੱਪਰ ਪਹਿਲੇ ਖਪਤਕਾਰ ਯਾਨੀ ਕਿ ਸ਼ਾਕਾਹਾਰੀ ਜੀਵ, ਦੂਸਰੇ ਪੱਧਰ ਤੇ ਦੂਜੇ ਖਪਤਕਾਰ ਅਤੇ ਉਸ ਤੋਂ ਬਾਅਦ ਤੀਜੇ ਖਪਤਕਾਰ। ਇਹ ਦੂਜੇ ਅਤੇ ਤੀਜੇ ਖਪਤਕਾਰ ਮਾਸਾਹਾਰੀ ਜੀਵ ਹੁੰਦੇ ਹਨ। ਅਗਲਾ ਪ੍ਰਸ਼ਨ, ਜੈਵਿਕ ਵਧਾਓ ਜਾਂ ਬਾਇਓਲੋਜੀਕਲ ਮੈਗਨੀਫਿਕੇਸ਼ਨ ਕੀ ਹੈ? ਕੀ ਪਾਰਿਸਥਿਤਿਕ ਪ੍ਰਬੰਧ ਦੇ ਵੱਖ-ਵੱਖ ਪੱਧਰਾਂ ਤੇ ਇਸ ਦੇ ਪ੍ਰਭਾਵ ਵੱਖ-ਵੱਖ ਹੋਣਗੇ? ਆਓ ਆਪਾਂ ਇਸ ਦਾ ਉੱਤਰ ਜਾਣੀਏ। ਉਹ ਪ੍ਰਕਿਰਿਆ ਜਿਸ ਵਿੱਚ ਹਾਨੀਕਾਰਕ ਰਸਾਇਣ ਭੋਜਨ ਦੀ ਲੜੀ ਵਿੱਚ ਦਾਖਲ ਹੁੰਦੇ ਹਨ ਅਤੇ ਹਰ ਇੱਕ ਆਹਾਰੀ ਪੱਧਰ ਤੇ ਹੌਲੀ-ਹੌਲੀ ਇਕੱਤਰ ਹੁੰਦੇ ਹਨ ਨੂੰ ਜੈਵਿਕ ਵਧਾਓ ਕਿਹਾ ਜਾਂਦਾ ਹੈ। ਨੁਕਸਾਨਦੇਹ ਅਤੇ ਜ਼ਹਿਰੀਲੇ ਰਸਾਇਣ ਸਾਡੇ ਸਰੀਰ ਵਿੱਚ ਦਾਖਲ ਹੁੰਦੇ ਹਨ ਜਦੋਂ ਉਹਨਾਂ ਨੂੰ ਮਿੱਟੀ ਅਤੇ ਪਾਣੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ। ਜਦੋਂ ਫਸਲਾਂ ਨੂੰ ਬਿਮਾਰੀਆਂ ਅਤੇ ਕੀੜਿਆਂ ਤੋਂ ਬਚਾਉਣ ਲਈ ਕੀਟਨਾਸ਼ਕਾਂ, ਪੀੜਕਨਾਸ਼ਕਾਂ ਦਾ ਛਿੜਕਾਅ ਕੀਤਾ ਜਾਂਦਾ ਹੈ ਅਤੇ ਫੈਕਟਰੀਆਂ ਦੇ ਰਸਾਇਣ ਰਹਿੰਦ ਖੂੰਹਦ ਨੂੰ ਨਦੀਆਂ ਵਿੱਚ ਜਾਂ ਖੁੱਲ੍ਹੇ ਵਿੱਚ ਬਾਹਰ ਕੱਢਿਆ ਜਾਂਦਾ ਹੈ ਤਾਂ ਇਹ ਰਸਾਇਣ ਮਿੱਟੀ ਵਿੱਚ ਰਿਸ ਜਾਂਦੇ ਹਨ ਅਤੇ ਅੰਤ ਵਿੱਚ ਪਾਣੀ ਦੇ ਟੇਬਲ ਵਿੱਚ ਮਿਲ ਜਾਂਦੇ ਹਨ। ਇਹਨਾਂ ਨੂੰ ਪਾਣੀ ਅਤੇ ਖਣਿਜਾਂ ਦੇ ਨਾਲ ਪੌਦਿਆਂ ਦੁਆਰਾ ਮਿੱਟੀ ਵਿੱਚੋਂ ਗ੍ਰਹਿਣ ਕਰ ਲਿਆ ਜਾਂਦਾ ਹੈ ਅਤੇ ਇਸ ਨਾਲ ਨੁਕਸਾਨਦੇਹ ਰਸਾਇਣ ਭੋਜਨ ਦੀ ਲੜੀ ਵਿੱਚ ਦਾਖਲ ਹੋ ਜਾਂਦੇ ਹਨ। ਜਿਵੇਂ-ਜਿਵੇਂ ਭੋਜਨ ਲੜੀ ਵਿੱਚ ਆਹਾਰੀ ਪੱਧਰਾਂ ਦਾ ਪੱਧਰ ਵੱਧਦਾ ਜਾਂਦਾ ਹੈ, ਇਹ ਨੁਕਸਾਨਦੇਹ ਰਸਾਇਣ ਦੀ ਮਾਤਰਾ ਵੀ ਵੱਧਦੀ ਜਾਂਦੀ ਹੈ ਕਿਉਂਕਿ ਇਹ ਪਦਾਰਥ ਵਿਘਟਿਤ ਨਹੀਂ ਹੁੰਦੇ। ਮਨੁੱਖ ਭੋਜਨ ਲੜੀ ਦੇ ਸਿਖਰ ਤੇ ਹੈ, ਇਸ ਲਈ ਮਨੁੱਖ ਵਿੱਚ ਜੈਵਿਕ ਵਧਾਓ ਸਭ ਤੋਂ ਵੱਧ ਹੈ। ਇਸ ਤਰ੍ਹਾਂ DDT ਦਾ ਵਧਾਓ ਮਨੁੱਖ ਵਿੱਚ ਸਭ ਤੋਂ ਵੱਧ ਹੈ ਕਿਉਂਕਿ ਕੀੜਿਆਂ ਨੂੰ ਖਤਮ ਕਰਨ ਲਈ DDT ਦੀ ਵਰਤੋਂ ਕੀਤੀ ਜਾਂਦੀ ਹੈ। DDT ਹੇਠ ਲਿਖਿਆਂ ਰੂਪ ਵਿੱਚ ਇਸ ਭੋਜਨ ਲੜੀ ਵਿੱਚ ਇਕੱਤਰ ਹੋ ਜਾਂਦੀ ਹੈ। ਅੰਤ ਵਿੱਚ ਇਹ ਰਸਾਇਣ ਮਨੁੱਖ ਦੇ ਸਰੀਰ ਵਿੱਚ ਚਲਾ ਜਾਂਦਾ ਹੈ ਅਤੇ ਘਾਤਕ ਬਿਮਾਰੀਆਂ ਦਾ ਕਾਰਨ ਬਣਦਾ ਹੈ। ਇਹੀ ਕਾਰਨ ਹੈ ਕਿ ਸਾਡੇ ਅਨਾਜ ਜਿਵੇਂ ਕਣਕ ਅਤੇ ਚਾਵਲ, ਸਬਜ਼ੀਆਂ ਅਤੇ ਫਲ ਅਤੇ ਇੱਥੋਂ ਤੱਕ ਮੀਟ ਵਿੱਚ ਕੀਟਨਾਸ਼ਕਾਂ ਦੇ ਰਹਿੰਦ ਖੂੰਹਦ ਦੀ ਵੱਖ-ਵੱਖ ਮਾਤਰਾ ਹੈ। ਇਸ ਲਈ ਭੋਜਨ ਲੜੀ ਦੇ ਸਭ ਤੋਂ ਉੱਚੇ ਆਹਾਰੀ ਪੱਧਰ ਤੇ ਨੁਕਸਾਨਦੇਹ ਰਸਾਇਣਾਂ ਦੀ ਮਾਤਰਾ ਸਭ ਤੋਂ ਵੱਧ ਹੈ, ਭਾਵ ਇਹਨਾਂ ਰਸਾਇਣਾਂ ਦਾ ਸਭ ਤੋਂ ਵੱਧ ਖਤਰਾ ਮਨੁੱਖ ਨੂੰ ਹੈ। ਅਗਲਾ ਪ੍ਰਸ਼ਨ, ਸਾਡੇ ਦੁਆਰਾ ਪੈਦਾ ਜੈਵ ਆਵਘਟਨਸ਼ੀਲ ਕੂੜੇ ਕਰਕਟ ਕਾਰਨ ਕਿਹੜੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ? ਆਓ ਆਪਾਂ ਉੱਤਰ ਜਾਣੀਏ। ਜੈਵ ਆਵਘਟਨਸ਼ੀਲ ਕੂੜੇ ਕਰਕਟ ਕਾਰਨ ਹੇਠ ਲਿਖੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਨੰਬਰ 1, ਇਹ ਪਦਾਰਥ ਸੂਖਮ ਜੀਵਾਂ ਦੁਆਰਾ ਵਿਘਟਿਤ ਨਹੀਂ ਕੀਤੇ ਜਾਂਦੇ ਅਤੇ ਵਾਯੂਮੰਡਲ ਵਿੱਚ
ਲੰਬੇ ਸਮੇਂ ਤੱਕ ਉਸੇ ਤਰ੍ਹਾਂ ਹੀ ਪਏ ਰਹਿੰਦੇ ਹਨ। ਨੰਬਰ 2, ਜਿਵੇਂ ਹੀ ਇਹਨਾਂ ਪਦਾਰਥਾਂ ਦੀ ਮਾਤਰਾ ਵੱਧਦੀ ਹੈ, ਡੰਪਿੰਗ ਇੱਕ ਸਮੱਸਿਆ ਬਣ ਜਾਂਦੀ ਹੈ। ਨੰਬਰ 3, ਜੈਵ ਆਵਘਟਨਸ਼ੀਲ ਕੂੜਾ ਕਰਕਟ ਵਿਚਲੀਆਂ ਭਾਰੀ ਧਾਤਾਂ ਭੋਜਨ ਲੜੀ ਦੇ ਸਿਖਰਲੇ ਆਹਾਰੀ ਪੱਧਰਾਂ ਵਿੱਚ ਦਾਖਲ ਹੋ ਜਾਂਦੀਆਂ ਹਨ, ਜਿਵੇਂ ਕਿ ਅੱਜ ਕੱਲ੍ਹ ਪਾਣੀ ਅਤੇ ਭੋਜਨ ਪਦਾਰਥਾਂ ਵਿੱਚ ਪਾਰੇ ਦੀ ਬਹੁਤ ਸਮੱਸਿਆ ਹੈ। ਨੰਬਰ 4, ਇਹ ਧਰਤੀ ਹੇਠਲੇ ਪਾਣੀ ਵਿੱਚ ਸਿਮ ਜਾਂਦੇ ਹਨ, ਜੋ ਮਿੱਟੀ ਦੇ ਬਾਂਝਪਨ ਅਤੇ ਮਿੱਟੀ ਦੀ pH ਵਿੱਚ ਗੜਬੜੀ ਦਾ ਕਾਰਨ ਬਣਦੇ ਹਨ। ਬੱਚਿਓ, ਜ਼ਿਆਦਾ ਕੀਟਨਾਸ਼ਕਾਂ ਦਾ ਛਿੜਕਾਅ ਮਿੱਟੀ ਦੇ ਬਾਂਝਪਨ ਦਾ ਕਾਰਨ ਬਣਦਾ ਹੈ। ਉੱਥੇ ਫਸਲ ਹੋਣਾ ਹਟ ਜਾਂਦਾ ਹੈ ਅਤੇ pH ਵਿੱਚ ਤਬਦੀਲੀ ਵੀ ਇਸ ਦਾ ਇੱਕ ਕਾਰਨ ਹੈ। ਨੰਬਰ 5, ਪਲਾਸਟਿਕ ਵਰਗੇ ਪਦਾਰਥ ਨਿਗਲਣ ਕਾਰਨ ਸ਼ਾਕਾਹਾਰੀ ਜੰਤੂਆਂ ਦੀ ਮੌਤ ਹੋ ਜਾਂਦੀ ਹੈ। ਅਗਲਾ ਪ੍ਰਸ਼ਨ, ਜੇ ਸਾਡੇ ਦੁਆਰਾ ਪੈਦਾ ਕੀਤੀ ਸਾਰੀ ਰਹਿੰਦ ਖੂੰਹਦ ਜੈਵ ਘਟਨਸ਼ੀਲ ਹੋਵੇ ਤਾਂ ਕੀ ਇਸ ਨਾਲ ਵਾਤਾਵਰਣ ਤੇ ਕੋਈ ਅਸਰ ਨਹੀਂ ਪਵੇਗਾ? ਆਓ ਅਸੀਂ ਉੱਤਰ ਜਾਣੀਏ। ਜੈਵ ਘਟਨਸ਼ੀਲ ਰਹਿੰਦ ਖੂੰਹਦ ਸੂਖਮ ਜੀਵਾਂ ਦੁਆਰਾ ਸਰਲ ਪਦਾਰਥਾਂ ਵਿੱਚ ਬਦਲ ਦਿੱਤੀ ਜਾਂਦੀ ਹੈ, ਜੋ ਉਤਪਾਦਕਾਂ ਦੁਆਰਾ ਕੱਚੇ ਪਦਾਰਥ ਦੇ ਤੌਰ ਤੇ ਵਰਤੀ ਜਾਂਦੀ ਹੈ। ਜੈਵ ਘਟਨਸ਼ੀਲ ਰਹਿੰਦ ਖੂੰਹਦ ਦੇ ਹੇਠ ਲਿਖੇ ਪ੍ਰਭਾਵ ਹਨ। ਨੰਬਰ 1, ਜੈਵ ਘਟਨਸ਼ੀਲ ਰਹਿੰਦ ਖੂੰਹਦ ਦਾ ਵਿਘਟਨ ਹੌਲੀ ਹੌਲੀ ਹੁੰਦਾ ਹੈ। ਇਹ ਇੱਕ ਭਿਆਨਕ ਗੰਧ ਪੈਦਾ ਕਰਦੇ ਹਨ ਅਤੇ ਇਹ ਮਨੁੱਖ ਦੁਆਰਾ ਸਾਹ ਲੈਣ ਵਿੱਚ ਨੁਕਸਾਨਦਾਇਕ ਹੋ ਸਕਦੇ ਹਨ। ਨੰਬਰ 2, ਡੰਪਿੰਗ ਖੇਤਰ ਇੱਕ ਅਜਿਹੀ ਜਗ੍ਹਾ ਹੋ ਜਾਂਦੀ ਹੈ ਜਿੱਥੇ ਨੁਕਸਾਨਦੇਹ ਜੀਵ ਜੰਤੂ ਪੈਦਾ ਹੋਣਾ ਸ਼ੁਰੂ ਕਰਦੇ ਹਨ, ਜੋ ਮਨੁੱਖ ਦੇ ਨਾਲ ਨਾਲ ਪੌਦੇ ਅਤੇ ਜਾਨਵਰਾਂ ਲਈ ਨੁਕਸਾਨਦਾਇਕ ਹੋ ਸਕਦੇ ਹਨ। ਨੰਬਰ 3, ਜਲ ਜੀਵ ਜੰਤੂਆਂ ਅਪਘਟਕਾਂ ਦੀ ਗਿਣਤੀ ਵਿੱਚ ਵਾਧੇ ਦੇ ਨਤੀਜੇ ਵਜੋਂ ਆਕਸੀਜਨ ਦੀ ਘਾਟ ਹੋ ਜਾਂਦੀ ਹੈ। ਅਗਲਾ ਪ੍ਰਸ਼ਨ, ਓਜ਼ੋਨ ਪਰਤ ਨੂੰ ਨੁਕਸਾਨ ਕਿਉਂ ਚਿੰਤਾ ਦਾ ਕਾਰਨ ਹੈ? ਇਸ ਨੁਕਸਾਨ ਨੂੰ ਸੀਮਤ ਕਰਨ ਲਈ ਕਿਹੜੇ ਕਦਮ ਚੁੱਕੇ ਜਾ ਰਹੇ ਹਨ? ਆਓ ਆਪਾਂ ਵਿਸਥਾਰ ਨਾਲ ਜਾਣੀਏ। ਸਾਲ 1980 ਵਿੱਚ ਅੰਟਾਰਕਟਿਕਾ ਵਿੱਚ ਓਜ਼ੋਨ ਪਰਤ ਦੀ ਮੋਟਾਈ ਘੱਟ ਪਾਈ ਗਈ। ਇਸ ਨੂੰ ਓਜ਼ੋਨ ਦੇ ਨਿਘਾਰ ਵਜੋਂ ਪਰਿਭਾਸ਼ਿਤ ਕੀਤਾ ਗਿਆ। ਇਹ ਫਰਿੱਜਾਂ, ਏਸੀ, ਏਰੋਸੋਲ ਆਦਿ ਵਿੱਚ ਕਲੋਰੋਫਲੋਰੋਕਾਰਬਨ ਜਾਂ CFC ਦੀ ਬਹੁਤ ਜ਼ਿਆਦਾ ਵਰਤੋਂ ਦੇ ਕਾਰਨ ਹੈ। ਓਜ਼ੋਨ ਦੇ ਪਤਲੇ ਹੋਣ ਕਾਰਨ ਅਲਟਰਾਵਾਇਲਟ ਕਿਰਨਾਂ ਜਾਂ ਪਾਰਵੈਂਗਨੀ ਕਿਰਨਾਂ ਦੇ ਧਰਤੀ ਦੇ ਵਾਤਾਵਰਣ ਵਿੱਚ ਦਾਖਲ ਹੁੰਦੀਆਂ ਹਨ। ਇਹ ਮਨੁੱਖ ਵਿੱਚ ਚਮੜੀ ਦੇ ਕੈਂਸਰ ਅਤੇ ਵਾਤਾਵਰਣ ਪਰਿਵਰਤਨ ਦਾ ਕਾਰਨ ਬਣਦੀਆਂ ਹਨ। 1987 ਵਿੱਚ ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ UNEP ਨੇ CFCs ਦੀ ਵਰਤੋਂ ਸੀਮਿਤ ਕਰਨ ਲਈ ਇੱਕ ਸਮਝੌਤੇ ਦੇ ਦਸਤਖਤ ਕੀਤੇ। ਇਸ ਨੂੰ ਮਾਂਟਰੀਅਲ ਪ੍ਰੋਟੋਕੋਲ ਕਿਹਾ ਜਾਂਦਾ ਹੈ। 1992 ਵਿੱਚ ਮਾਂਟਰੀਅਲ ਪ੍ਰੋਟੋਕੋਲ ਦੀ ਮੀਟਿੰਗ ਵਿੱਚ 1996 ਤੱਕ CFCs ਤੇ ਹੌਲੀ ਹੌਲੀ ਰੋਕ ਲਗਾਉਣ ਨੂੰ ਮੰਨਿਆ ਗਿਆ। ਓਜ਼ੋਨ ਪਰਤ ਧਰਤੀ ਲਈ ਇੱਕ ਸੁਰੱਖਿਆ ਕਵਰ ਹੈ। ਇਹ ਹਾਨੀਕਾਰਕ ਪਾਰਵੈਂਗਨੀ ਕਿਰਨਾਂ ਨੂੰ ਧਰਤੀ ਵਿੱਚ ਦਾਖਲ ਹੋਣ ਤੋਂ ਰੋਕਦੀ ਹੈ, ਕਿਉਂਕਿ ਇਹ ਕਿਰਨਾਂ ਹਾਨੀਕਾਰਕ ਹਨ ਅਤੇ ਇਹਨਾਂ ਦੇ ਨਤੀਜੇ ਵਜੋਂ ਚਮੜੀ ਦਾ ਕੈਂਸਰ, ਅੱਖਾਂ ਦੀਆਂ ਬਿਮਾਰੀਆਂ ਅਤੇ ਜੀਨ ਕੋਡ ਵਿੱਚ ਤਬਦੀਲੀ ਹੋ ਸਕਦੀ ਹੈ। ਪਰ ਹਵਾ ਪ੍ਰਦੂਸ਼ਕ ਜਿਵੇਂ ਕਿ ਕਲੋਰੋਫਲੋਰੋਕਾਰਬਨ ਓਜ਼ੋਨ ਪਰਤ ਦੇ ਘਟ ਜਾਣ ਦਾ ਮੁੱਖ ਕਾਰਨ ਹਨ। ਬਹੁਤ ਜ਼ਿਆਦਾ ਪਾਰਵੈਂਗਨੀ ਕਿਰਨਾਂ ਪੌਦਿਆਂ ਲਈ ਹਾਨੀਕਾਰਕ ਹਨ, ਕਿਉਂਕਿ ਇਹ ਪ੍ਰਕਾਸ਼ ਸੰਸਲੇਸ਼ਨ ਨੂੰ ਪ੍ਰਭਾਵਿਤ ਕਰਦੀਆਂ ਹਨ। ਇਹ ਪਲੈਂਕਟਨ ਅਤੇ ਨਿਖੇੜਕਾਂ ਨੂੰ ਵੀ ਨਸ਼ਟ ਕਰਦੀਆਂ ਹਨ। ਇਹ ਉਹ ਕਾਰਨ ਹਨ
ਜਿਨ੍ਹਾਂ ਕਰਕੇ ਓਜ਼ੋਨ ਪਰਤ ਦਾ ਨੁਕਸਾਨ ਇੱਕ ਚਿੰਤਾ ਦਾ ਵਿਸ਼ਾ ਹੈ। ਇਸ ਨੂੰ ਸੀਮਿਤ ਕਰਨ ਲਈ ਚੁੱਕੇ ਗਏ ਕਦਮ ਇਹ ਹਨ ਕਿ ਬਹੁਤ ਸਾਰੇ ਵਿਕਾਸਸ਼ੀਲ ਅਤੇ ਵਿਕਸਿਤ ਦੇਸ਼ਾਂ ਨੇ CFCs ਦੇ ਉਤਪਾਦਨ ਅਤੇ ਵਰਤੋਂ ਨੂੰ ਰੋਕਣ ਜਾਂ ਸੀਮਿਤ ਕਰਨ ਲਈ UNEP ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੀਆਂ ਹਦਾਇਤਾਂ 'ਤੇ ਦਸਤਖਤ ਕੀਤੇ ਹਨ ਅਤੇ ਪਾਲਣਾ ਕਰ ਰਹੇ ਹਨ। ਇਹ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ 1987 ਵਿੱਚ CFC ਦੀ ਵਰਤੋਂ ਨੂੰ 50% ਤੱਕ ਘੱਟ ਕਰਨ ਦਾ ਸਮਝੌਤਾ ਕੀਤਾ ਗਿਆ ਅਤੇ 1992 ਵਿੱਚ ਇਹ ਸਮਝੌਤਾ ਹੋਇਆ ਕਿ 1996 ਤੱਕ CFC ਤੇ ਹੌਲੀ-ਹੌਲੀ ਰੋਕ ਲਗਾਈ ਜਾਵੇ। ਸੋ ਪਿਆਰੇ ਬੱਚਿਓ, ਅੱਜ ਅਸੀਂ ਇਸ ਲੈਕਚਰ ਦੇ ਵਿੱਚ ਅਧਿਆਏ ਦੇ ਅੰਦਰ ਦੇ ਪ੍ਰਸ਼ਨਾਂ ਨੂੰ ਵਿਸਥਾਰਪੂਰਵਕ ਕੀਤਾ ਅਤੇ ਉਸ ਤੋਂ ਬਾਅਦ ਅਸੀਂ ਅਭਿਆਸ ਦੇ ਪ੍ਰਸ਼ਨ ਉੱਤਰਾਂ ਨੂੰ ਵਿਸਥਾਰਪੂਰਵਕ ਕੀਤਾ। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਪ੍ਰਸ਼ਨ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਗਏ ਹੋਣਗੇ ਅਤੇ ਤੁਸੀਂ ਆਪਣੇ ਪੇਪਰਾਂ ਵਿੱਚ ਚੰਗੇ ਨੰਬਰ ਲੈ ਕੇ ਪਾਸ ਹੋਵੋਗੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮੱਚ।